ਸਾਹਿਬ ਜੀਓ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਖੋ ਸ਼ਰਮਾ। ਮੋਖ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਪਰਮ ਸਨਮਾਨ ਅਤੇ ਸਤਿਕਾਰਯੋਗ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੁਰ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਮੂਹ ਗੁਰਮੁਖ ਸਤ ਸੰਗੀ, ਦੂਰੋਂ ਨੇੜਿਓਂ ਚੱਲ ਕਰਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਦਸਾਂ ਹੀ ਪਾਤਸ਼ਾਹੀਆਂ ਜੀ ਕੇ ਆਤਮਕ ਸਵਰੂਪ ਜਬਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕਾਫੀ ਲੰਮੇ ਸਮੇਂ ਤੋਂ ਲੈ ਕਰਕੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਪਿਆਰ ਸਤਿਕਾਰ ਨਾਲ ਸ਼ਰਵਣ ਕੀਤੇ ਹਨ। ਗੁਰਬਾਣੀ ਜੀ ਦਾ ਰਸ ਭਿੰਨਾ ਸ਼ਬਦ ਕੀਰਤਨ, ਸੰਗੀਤ ਦੀ ਨਿਜਮਾਵਲੀ ਅਨੁਸਾਰ ਗੁਰੂ ਪਿਆਰਿਆਂ ਦੀ ਰਸਨਾ ਤੋਂ ਸੁਣਿਆ। ਉਪਰੰਤ ਸਤਿਕਾਰਯੋਗ ਗਿਆਨੀ ਬਲਵੰਤ ਸਿੰਘ ਜੀ, ਉਹਨਾਂ ਦੀ ਪਾਵਨ ਰਸਨਾ ਤੋਂ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ, ਜੋ ਇਹਨਾਂ ਅਸਥਾਨਾਂ ਤੇ ਲੜੀਵਾਰ ਰੂਪ ਵਿੱਚ ਚੱਲ ਰਹੀ ਹੈ, ਆਪ ਜੀ ਸ਼ਰਵਣ ਕਰ ਰਹੇ ਸੀ। ਸੋ ਸੰਗਤ ਜੀ, ਇਹਨਾਂ ਅਸਥਾਨਾਂ ਦੇ ਉੱਪਰ ਜੋ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦਾ ਸਾਲਾਨਾ ਜੋੜ ਮੇਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਉਸ ਦੇ ਸੰਬੰਧ ਵਿੱਚ ਕੱਲ੍ਹ ਦੇ ਦੀਵਾਨ ਅੰਦਰ ਬਾਬਾ ਜੀ ਦੇ ਜਨਮ ਦੀ ਜੋ ਕਥਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕਿਵੇਂ ਉਹਨਾਂ ਦਾ ਭੇਟਣਾ ਹੋਇਆ, ਕੈਸੀ ਅਵਸਥਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ,
ਉਹ ਵਿਚਾਰਾਂ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸ਼ਰਵਣ ਕੀਤੀਆਂ ਹਨ। ਇਤਿਹਾਸ ਦੀ ਕਥਾ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਐਸੇ ਉਹ ਨਾਮ ਵਿੱਚ ਰੰਗੀ ਹੋਈ ਪਵਿੱਤਰ ਆਤਮਾ ਬਾਬਾ ਬੁੱਢਾ ਸਾਹਿਬ ਜੀ ਨੂੰ ਬਹੁਤ ਵੱਡਾ ਮਾਣ ਦਿੱਤਾ। ਕੋਈ ਵੀ ਕਾਰਜ ਆਰੰਭਣਾ ਤੇ ਬਾਬਾ ਜੀ ਦੀ ਸਲਾਹ ਸਤਿਗੁਰੂ ਪਾਤਸ਼ਾਹ ਲਿਆ ਕਰਦੇ। ਏਡਾ ਮਾਣ ਤੇ ਏਡਾ ਸਤਿਕਾਰ ਇਹ ਕਿਵੇਂ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਦੇ ਨਾਲ ਮਿਲਿਆ। ਜਿਸ ਵੇਲੇ ਆਪ ਜੀ ਦੀ ਸੁਰਤ ਬ੍ਰਹਮਾਕਾਰ ਵਿਰਤੀ ਬਣਾ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੇ, ਆਪ ਸਤਿਗੁਰੂ ਪਾਤਸ਼ਾਹ ਉਸ ਵੇਲੇ 4 ਉਦਾਸੀਆਂ ਕਰਨ ਵਾਸਤੇ ਵਿਚਰੇ ਹਨ। ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ। ਬਚਨ ਕਰ ਦਿੱਤੇ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਤੇ ਪਰਮਾਤਮਾ ਦੇ ਸਿਮਰਨ ਵਿੱਚ ਜੁੜ ਜਾਣਾ। ਇਹ ਕੀਤੇ ਹੋਏ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਸਖਿਆਤਕਾਰ ਕੀਤਾ। ਸਾਰੀ ਜਿਤਨੀ ਆਪਣੀ ਅਵਸਥਾ ਆਜੂ ਹੈ, ਸਾਰੀ ਉਮਰਾਂ ਦੇ ਵਿੱਚ ਬਚਨਾਂ ਨੂੰ ਕਦੇ ਇੱਕ ਦਿਨ ਵੀ ਵਿਸਾਰਿਆ ਨਹੀਂ। ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ 4 ਉਦਾਸੀਆਂ ਕਰਕੇ ਕਰਤਾਰਪੁਰ ਦੀ ਪਾਵਨ ਧਰਤੀ ਤੇ ਆਏ ਨੇ, ਜਿੱਥੇ ਸਤਿਗੁਰੂ ਪਾਤਸ਼ਾਹ ਨੇ ਜੋਤੀ ਜੋਤ ਸਮਾਉਣਾ, ਗੁਰਤਾ ਗੱਦੀ ਦੀਆਂ ਬਖਸ਼ਿਸ਼ਾਂ ਭਾਈ ਲਹਿਣਾ ਜੀ ਨੂੰ ਕਰਕੇ ਉਹਨਾਂ ਨੂੰ ਗੁਰੂ ਅੰਗਦ ਸਾਹਿਬ ਜੀ ਬਣਾਉਣਾ ਹੈ। ਇੱਥੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਆ ਕੇ ਟਿਕੇ ਨੇ, ਬਾਬਾ ਬੁੱਢਾ ਸਾਹਿਬ ਜੀ ਨੂੰ ਪਤਾ ਚੱਲਿਆ ਕਿ ਧੰਨ ਗੁਰੂ ਨਾਨਕ ਸਾਹਿਬ ਨੇ ਆਪਣਾ ਟਿਕਾਣਾ ਕਰਤਾਰਪੁਰ ਦੀ ਧਰਤੀ ਤੇ ਕਰ ਲਿਆ। ਬਾਬਾ ਜੀ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋ ਗਏ। ਇੱਥੇ ਬਾਬਾ ਜੀ ਨੇ ਕੀ ਕੀਤਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜਿਹੜਾ ਲੰਗਰ ਚੱਲਦਾ, ਲੰਗਰ ਦੇ ਵਿੱਚ ਲੱਕ ਬੰਨ੍ਹ ਕਰਕੇ ਸੇਵਾਵਾਂ ਕੀਤੀਆਂ। 2 ਤਰ੍ਹਾਂ ਦਾ ਲੰਗਰ ਚੱਲਦਾ। ਇੱਕ ਪਾਸੇ ਸਰੀਰ ਦਾ ਆਹਾਰ ਜਿਹੜਾ ਹੈ, ਸਰੀਰ ਦੀ ਭੁੱਖ ਨੂੰ ਮੇਟਣ ਵਾਸਤੇ ਭੋਜਨ ਲੰਗਰ ਦੇ ਵਿੱਚ 36 ਪ੍ਰਕਾਰ ਦੇ ਤਿਆਰ ਕੀਤੇ ਜਾਂਦੇ। ਦੂਜੇ ਪਾਸੇ ਜਿਹੜਾ ਸਾਡਾ ਆਤਮਾ ਦੀ ਖੁਰਾਕ ਪਰਮਾਤਮਾ ਵਾਹਿਗੁਰੂ ਦੇ ਨਾਮ ਸਿਮਰਨ ਦਾ ਲੰਗਰ ਚੱਲਦਾ। ਬਾਬਾ ਬੁੱਢਾ ਸਾਹਿਬ ਜੀ ਜਿੱਥੇ ਭੋਜਨ ਤਿਆਰ ਕਰਨ ਵਾਸਤੇ ਲੱਕ ਬੰਨ੍ਹ ਕਰਕੇ ਸੇਵਾਵਾਂ ਕਰਦੇ ਨੇ, ਉੱਥੇ ਆਤਮਾ ਦੀ ਖੁਰਾਕ ਜਿਹੜਾ ਸਿਮਰਨ ਹੈ, ਇਸ ਲੰਗਰ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ। ਸੰਗਤਾਂ ਇਕੱਠੀਆਂ ਹੁੰਦੀਆਂ। ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਉ ਬਣ ਆਈ। ਰੇਤ ਅਖ ਆਹਾਰ ਕਰ, ਰੂੜਾਂ ਕੀ ਗੁਰ ਕਰੀ ਵਿਛਾਈ। ਮਹਾਨ ਜਪ ਕੀਤੇ ਨੇ ਬਾਣੀ ਦੁਆਰਾ ਬੋਲ ਕੇ, ਮਹਾਨ ਤਪ ਕੀਤੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਦੀ ਧਰਤੀ ਤੇ। ਉੱਥੇ ਇਹ ਜਿਹੜਾ ਹਿੱਸਾ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਮਿਲਿਆ। ਬਾਬਾ ਜੀ ਨੇ ਵੀ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋ ਕਰਕੇ ਜਪ ਕੀਤੇ, ਤਪ ਕੀਤੇ ਹਨ। ਇਹ ਜਪ ਤਪ ਕਿਸ ਵਾਸਤੇ ਗੁਰੂ ਨਾਨਕ ਸਾਹਿਬ ਨੇ ਕੀਤੇ? ਗੁਰੂ ਨਾਨਕ ਸਾਹਿਬ ਤਾਪ ਪਰਮੇਸ਼ਰ ਸਰੂਪ ਹਨ। ਚਾਹੇ ਕੋਈ ਲੋੜ ਨਹੀਂ ਜਪ ਤਪ ਕਰਨ ਦੀ ਗੁਰੂ ਨੂੰ, ਪਰੰਤੂ ਜਿਵੇਂ ਇੱਕ ਪਿਤਾ ਜੋ ਵੀ ਜ਼ਿੰਦਗੀ ਵਿੱਚ ਕਮਾਈ ਕਰਦਾ, ਘਾਲਣਾ ਖੱਟੀ ਕਰਦਾ, ਉਹ ਆਪਣੇ ਪੁੱਤਰਾਂ ਦੇ ਵਾਸਤੇ ਕਰਦਾ ਹੈ। ਕਲਗੀਧਰ ਪਿਤਾ ਸਤਿਗੁਰੂ ਪਾਤਸ਼ਾਹ ਨੇ ਸਤਜੁਗ ਦੇ ਚੌਂਕੜੇ ਲਾਏ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ। ਉਹ ਵੀ ਜਪ ਤਪ ਆਪਣੇ ਪੁੱਤਰ ਖਾਲਸੇ ਪੰਥ ਵਾਸਤੇ ਕੀਤਾ। ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੇ ਕੋਲੋਂ ਬਹੁਤਾ ਜਪ ਨਾ ਹੋਵੇ,
ਬਹੁਤਾ ਕੋਈ ਤਪਸਵੀ ਬਣ ਕੇ ਤਪ ਨਾ ਕਰ ਸਕਦਾ ਹੋਵੇ ਤਾਂ ਪਿਤਾ ਦੇ ਹਿੱਸੇ ਵਿੱਚੋਂ ਜਪ ਤਪ ਲੈ ਕਰਕੇ ਉਹ ਮੇਰੀ ਗੋਦ ਵਿੱਚ ਹੀ ਆ ਕੇ ਸਮਾ ਜਾਵੇ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਿ ਸਿਉ ਬਣ ਆਈ। ਉੱਥੇ ਬਾਬਾ ਬੁੱਢਾ ਸਾਹਿਬ ਨੇ ਜਪ ਵੀ ਕੀਤੇ, ਤਪ ਵੀ ਕੀਤੇ, ਲੰਗਰ ਵਿੱਚ ਵੀ ਸੇਵਾਵਾਂ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀਆਂ। ਤੀਸਰੇ ਨੰਬਰ ਤੇ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੱਥਾਂ ਦੇ ਨਾਲ ਹਲ ਵਾਹਿਆ, ਖੇਤੀਬਾੜੀ ਕੀਤੀ, ਧਰਮ ਦੀ ਕਿਰਤ ਕਰਨੀ। ਜਿਹੜਾ ਉਪਦੇਸ਼ ਦਿੱਤਾ ਸੀ ਆਪਣੇ ਹੱਥੀਂ ਕਮਾਏ ਉਹ ਬਚਨ ਸਤਿਗੁਰਾਂ ਨੇ, ਤੇ ਬਾਬਾ ਬੁੱਢਾ ਸਾਹਿਬ ਨੇ ਵੀ ਉੱਥੇ ਹਲ ਵਾਹਿਆ। ਬਾਬਾ ਜੀ ਨੇ ਬੜੇ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ। ਗੁਰੂ ਨਾਨਕ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਮਿਲ ਗਈਆਂ। ਥਾਪੜੇ ਮਿਲੇ ਬਾਬਾ ਬੁੱਢਾ ਸਾਹਿਬ ਜੀ ਨੂੰ। ਜਿਸ ਵੇਲੇ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆਇਆ ਤੇ ਉੱਥੇ ਪਰਖਾਂ ਵੀ ਹੋਈਆਂ, ਕਸਵੱਟੀਆਂ ਲਾਈਆਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਲੱਖਾਂ ਦੇ ਇਕੱਠ ਦੇ ਵਿੱਚੋਂ ਜਿਹੜੇ ਹਜ਼ਾਰਾਂ ਰਹਿ ਗਏ, ਹਜ਼ਾਰਾਂ ਵਿੱਚੋਂ ਸੈਂਕੜੇ, ਸੈਂਕੜਿਆਂ ਵਿੱਚੋਂ ਗਿਣਤੀ ਦੇ ਸਿੱਖ, ਤੇ ਜਦੋਂ ਹੁਕਮ ਮੰਨਣ ਦੀ ਗੱਲ ਆਈ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਉਹ ਹੁਕਮ ਮੰਨਿਆ ਭਾਈ ਲਹਿਣਾ ਜੀ ਨੇ। ਮੁਰਦਾ ਖਾਣ ਵਾਸਤੇ ਜਦੋਂ ਤਿਆਰ ਹੋ ਗਏ, ਸਤਿਗੁਰਾਂ ਨੇ ਗਲਵੱਕੜੀ ਵਿੱਚ ਲੈ ਕੇ ਅੰਗਾਂ ਨਾਲ ਲਾ ਕਰਕੇ ਅੰਗਤ ਬਣਾ ਦਿੱਤੇ। ਫਿਰ ਉੱਥੇ ਗੁਰਤਾ ਗੱਦੀ ਦੇਣੀ ਸੀ। ਕੇਸੀ ਇਸ਼ਨਾਨ ਕਰਵਾਇਆ ਭਾਈ ਲਹਿਣਾ ਜੀ ਦਾ। ਉਜਲੇ ਬਸਤਰ ਪੁਸ਼ਾਕਾਂ ਤਨ ਦੇ ਉੱਤੇ ਪਹਿਨਾਈਆਂ। ਜਦੋਂ ਤਖਤ ਦੇ ਉੱਪਰ ਲਿਆ ਕਰਕੇ ਬਿਠਾਉਣ ਲੱਗੇ ਨੇ, ਉੱਥੇ ਗੁਰੂ ਨਾਨਕ ਸਾਹਿਬ ਜੀ ਨੇ 3 ਪਰਿਕਰਮਾ ਕੀਤੀਆਂ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ 3 ਜਦੋਂ ਪਰਿਕਰਮਾ ਹੋਈਆਂ ਤੇ ਫਿਰ ਆਪਣਾ ਮਸਤਕ ਭਾਈ ਲਹਿਣਾ ਜੀ ਦੇ ਅੱਗੇ ਟੇਕ ਦਿੱਤਾ। ਉੱਥੇ ਫਿਰ ਦੇਖੋ ਮਾਣ ਕਿੱਡਾ ਵੱਡਾ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਜੀ ਆਓ, ਇਹ ਜਿਹੜਾ ਗੁਰਤਾ ਗੱਦੀ ਦੀ ਰਸਮ ਹੈ ਇਹ ਤੁਸਾਂ ਨੇ ਪੂਰੀ ਕਰਨੀ ਹੈ। ਉਹ ਫਿਰ ਗੁਰਤਾ ਗੱਦੀ ਦਾ ਜਿਹੜਾ ਮੱਥੇ ਦੇ ਉੱਤੇ ਤਿਲਕ ਦਿੱਤਾ ਗਿਆ, ਬਾਬਾ ਬੁੱਢਾ ਸਾਹਿਬ ਨੂੰ ਇਹ ਮਾਣ ਦਿੱਤਾ। ਕਿਉਂਕਿ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕਰ ਦਿੱਤੇ ਸੀ ਕਿ ਮੇਰਾ ਸਰੂਪ ਤੇਰੇ ਤੋਂ ਕਦੇ ਛੁਪੇਗਾ ਨਹੀਂ, ਤੇਰੇ ਤੋਂ ਕਦੇ ਓਲੇ ਨਹੀਂ ਆਪਣਾ ਸਰੂਪ ਕਰਾਂਗਾ। ਫਿਰ ਉੱਥੇ ਬਾਬਾ ਬੁੱਢਾ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੇ ਕੇ ਗੁਰੂ ਅੰਗਦ ਸਾਹਿਬ ਬਣਾ ਦਿੱਤਾ। ਬਾਬਾ ਜੀ ਨੇ ਆਪ ਮੱਥਾ ਟੇਕਿਆ। ਪਹਿਲਾ ਮੱਥਾ ਗੁਰੂ ਨਾਨਕ ਸਾਹਿਬ ਜੀ ਵੱਲੋਂ ਝੁਕਿਆ, ਫਿਰ ਬਾਬਾ ਬੁੱਢਾ ਸਾਹਿਬ ਨੇ ਨਮਸਕਾਰ ਕੀਤੀ, ਫਿਰ ਸਾਰੀਆਂ ਸੰਗਤਾਂ ਝੁਕੀਆਂ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ। ਦੋਵੇਂ ਜਿਹੜੇ ਸਾਹਿਬਜ਼ਾਦੇ ਸੀ, ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਜੀ, ਇਹਨਾਂ ਦੇ ਮਨ ਅੰਦਰ ਵਿਚਾਰਾਂ ਆਈਆਂ ਵੀ ਸਾਡੇ ਪਿਤਾ ਦਾ ਜੋ ਵੀ ਕੁਝ ਹੈ ਇਹ ਸੇਵਕ ਬਣ ਕੇ ਭਾਈ ਲਹਿਣਾ ਜੀ ਅੰਗਦ ਬਣ ਕੇ ਸਭ ਕੁਝ ਲੈ ਗਏ ਨੇ। ਸਾਹਿਬਜ਼ਾਦਿਆਂ ਦੀ ਅੰਦਰਲੀ ਅਵਸਥਾ ਨੂੰ ਬੁੱਝ ਕੇ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ ਸੀ, ਪੁਰਖਾ ਹੁਣ ਇੱਥੇ ਕਰਤਾਰਪੁਰ ਨਿਵਾਸ ਨਹੀਂ ਰੱਖਣਾ, ਇੱਥੋਂ ਚਲੇ ਜਾਵੋ ਤੇ ਖਡੂਰ ਦੀ ਧਰਤੀ ਤੇ ਪੁੱਜੋ। ਉੱਥੇ ਆਏ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ। ਅਵਸਥਾ ਬੜੀ ਵੈਰਾਗਮਈ ਹੈ, ਕਿਉਂਕਿ ਜਿਸ ਵੇਲੇ ਗੁਰੂ ਨਾਨਕ ਦੇ ਚਰਨਾਂ ਵਿੱਚ ਆਏ ਨੇ, ਸੇਵਾਵਾਂ ਕੀਤੀਆਂ ਹੱਥਾਂ ਦੇ ਨਾਲ, ਗੁਰੂ ਦੇ ਬਚਨ ਸਤ ਬਚਨ ਕਰਕੇ ਮੰਨਦੇ ਰਹੇ। ਅੱਜ ਸਤਿਗੁਰੂ ਪਾਤਸ਼ਾਹ ਦਾ ਤਨ ਕਰਕੇ ਕੁਝ ਸਮੇਂ ਵਾਸਤੇ ਵਿਛੋੜਾ ਪੈ ਰਿਹਾ। ਨੇਤਰਾਂ ਚੋਂ ਬੈਰਾਗ ਦੇ ਆਂਸੂ ਗਿਰਦੇ। ਮਾਤਾ ਭਰਾਈ ਜੀ ਦੇ ਘਰ ਵਿੱਚ ਜਾ ਕੇ ਕੋਠੇ ਵਿੱਚ ਛੁਪ ਗਏ। ਕਹਿ ਦਿੱਤਾ ਕਿ ਮਾਤਾ ਅਵਸਥਾ ਇੰਨੀ ਵੈਰਾਗਮਈ ਹੈ, ਦੁਨੀਆ ਵਿੱਚ ਵਿਚਰਨ ਵਾਸਤੇ ਮਨ ਨਹੀਂ ਕਰਦਾ, ਤੇ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਕਿ ਭਾਈ ਲਹਿਣਾ ਅੰਗਦ ਸਾਹਿਬ ਬਣ ਕੇ ਮੇਰੇ ਕੋਠੇ ਵਿੱਚ ਬੈਠੇ ਨੇ। ਕੁਝ ਜਿਹੜਾ ਵਕਤ ਗੁਜ਼ਰਿਆ ਉੱਥੇ ਖਡੂਰ ਸਾਹਿਬ ਦੀ ਧਰਤੀ ਤੇ, ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ।
ਖਬਰਾਂ ਪੁੱਜੀਆਂ ਨੇ। ਗੁਰੂ ਅੰਗਦ ਸਾਹਿਬ ਜੀ ਦੇ ਤੱਕ ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਈ। ਅੰਦਰੋਂ ਵੀ ਤਾਰਾਂ ਖੜਕੀਆਂ। ਮਾਤਾ ਭਰਾਈ ਜੀ ਦੇ ਰਾਹੀਂ ਵੀ ਪਤਾ ਲੱਗਿਆ ਵੀ ਗੁਰੂ ਨਾਨਕ ਸਾਹਿਬ ਸੱਚਖੰਡ ਚਲੇ ਗਏ। ਤਾਂ ਜਿਹੜੀ ਅਵਸਥਾ ਬੜੀ ਬੈਰਾਗਮਈ ਸੀ, ਨੇਤਰਾਂ ਚੋਂ ਆਂਸੂ ਗਿਰਦੇ ਨੇ। ਕੋਠਾ ਬੰਦ ਕੀਤਾ ਚਾਰੇ ਪਾਸਿਆਂ ਤੋਂ। ਉੱਥੇ ਫਿਰ ਸੰਗਤਾਂ ਵਿੱਚ ਖਲਬਲੀ ਮਚ ਗਈ। ਗੁਰੂ ਨਾਨਕ ਸਾਹਿਬ ਦਾ ਤਨ ਜਿਹੜਾ ਹੈ, ਹੁਣ ਕਿੱਥੋਂ ਗੁਰੂ ਦੀ ਢੂੰਡ ਕਰਾਂਗੇ, ਕਿਹੜੀ ਰਸਨਾ ਤੋਂ ਗੁਰੂ ਨਾਨਕ ਦੇ ਬਚਨ ਸੁਣੀਏ। ਤਾਂ ਫਿਰ ਸਿਆਣੇ ਗੁਰੂ ਦੇ ਸਿੱਖਾਂ ਨੇ ਕਿਹਾ, ਕਹਿੰਦੇ ਪਤਾ ਨਹੀਂ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਕਿਹੜੀ ਜਗ੍ਹਾ ਤੇ ਨਿਵਾਸ ਕਰਦੇ ਨੇ। ਸਿੱਖ ਸੰਗਤਾਂ ਨੇ ਸਲਾਹ ਕੀਤੀ ਕਿ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਸੀ। ਬਾਬਾ ਬੁੱਢਾ ਸਾਹਿਬ ਨੂੰ ਇਹ ਕਿਹਾ ਸੀ ਕਿ ਮੇਰਾ ਸਰੂਪ ਤੇਰੇ ਤੋਂ ਕਦੇ ਛੁਪੇਗਾ ਨਹੀਂ, ਓਲੇ ਨਹੀਂ ਹੋਵੇਗਾ। ਚਲੋ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕਰੀਏ, ਉਹ ਦੱਸਣਗੇ ਕਿੱਥੇ ਬੈਠੇ ਨੇ ਗੁਰੂ ਅੰਗਦ ਦੇਵ ਸਾਹਿਬ ਜੀ। ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਜਦੋਂ ਸੰਗਤਾਂ ਨੇ ਬੇਨਤੀਆਂ ਕੀਤੀਆਂ, ਬ੍ਰਹਮ ਗਿਆਨ ਦੀ ਅਵਸਥਾ ਵਿੱਚ ਟਿਕੇ ਹੋਏ ਨਿਮਰਤਾ ਦੀ ਹੱਦ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮੈਨੂੰ ਕਿਹੜਾ ਕੋਈ ਤਰਕਾਲਦਰਸ਼ੀ ਹੈ, ਮੈਨੂੰ ਕਿਹੜਾ ਤਰਲੋਕੀ ਦੀ ਕੋਈ ਸੋਝੀ ਹੈ ਕਿ ਕਿੱਥੇ ਨੇ ਗੁਰੂ ਅੰਗਦ ਦੇਵ ਸਾਹਿਬ। ਚਲੋ ਆਪਾਂ ਸਾਰੀ ਸੰਗਤ ਅਰਦਾਸ ਕਰਦੇ ਗੁਰੂ ਨਾਨਕ ਦੇ ਚਰਨਾਂ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਪਰਮਾਤਮਾ ਨਿਵਾਸ ਕਰਦਾ। ਸਾਰੀ ਸੰਗਤ ਅਰਦਾਸ ਕਰਾਂਗੇ ਤਾਂ ਉਸ ਵੇਲੇ ਗੁਰੂ ਅੰਗਦ ਸਾਹਿਬ ਦੇ ਦੀਦਾਰ ਆਪਾਂ ਨੂੰ ਹੋ ਸਕਦੇ ਨੇ। ਅਰਦਾਸ ਕਰਕੇ ਕਰਤਾਰਪੁਰ ਦੀ ਧਰਤੀ ਤੋਂ ਚਾਲੇ ਮਾਰੇ ਗਏ। ਇੱਥੇ ਬਾਬਾ ਬੁੱਢਾ ਸਾਹਿਬ ਜੀ ਆ ਕਰਕੇ ਖਡੂਰ ਸਾਹਿਬ ਦੀ ਧਰਤੀ ਤੇ ਮਾਤਾ ਭਰਾਈ ਦੇ ਘਰ ਪੁੱਜੇ ਨੇ ਸੰਗਤਾਂ ਲੈ ਕਰਕੇ। ਜਿਸ ਕੋਠੇ ਦੇ ਅੰਦਰ ਗੁਰੂ ਅੰਗਦ ਦੇਵ ਸਾਹਿਬ ਟਿਕੇ ਨੇ, ਕੋਠੇ ਨੂੰ ਜਿਸ ਵੇਲੇ ਆ ਕਰਕੇ ਖਲਵਾਉਣਾ ਕੀਤਾ, ਫਿਰ ਉੱਥੇ ਦਰਸ਼ਨ ਦੇਖ ਕਰਕੇ ਬਾਬਾ ਬੁੱਢਾ ਸਾਹਿਬ ਚਰਨਾਂ ਤੇ ਝੁਕੇ ਤੇ ਸੰਗਤਾਂ ਨੇ ਨਮਸਕਾਰਾਂ ਕੀਤੀਆਂ। ਉੱਥੇ ਬੇਨਤੀ ਕੀਤੀ ਗਈ ਕਿ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਨਿਵਾਸ ਤੁਹਾਡੇ ਹਿਰਦੇ ਵਿੱਚ ਕਰ ਲਿਆ ਤੇ ਹੁਣ ਕਿਰਪਾ ਕਰੋ ਸੰਗਤਾਂ ਨੂੰ ਉਪਦੇਸ਼ ਦਿਓ। ਸਤਿਗੁਰੂ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਨੇ ਫਿਰ ਉੱਥੇ ਗੁਰਬਾਣੀ ਦਾ ਪਾਵਨ ਪਵਿੱਤਰ ਜਿਹੜਾ ਸ਼ਬਦ ਉਚਾਰਨ ਕੀਤਾ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਦੀਖਿਆ ਆਖ ਬੁਝਾਇਆ ਸੁਰਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦਿਓ। ਇਹ ਬਾਬਾ ਬੁੱਢਾ ਸਾਹਿਬ ਦੇ ਪਰਥਾਏ ਪੰਕਤੀਆਂ ਉਚਾਰੀਆਂ। ਮਨ ਠਰ ਗਿਆ ਬਾਬਾ ਜੀ ਦਾ। ਸੰਗਤ ਨਿਹਾਲ ਹੋਈ ਰਸਨਾ ਤੋਂ ਸ਼ਬਦ ਸੁਣ ਕਰਕੇ ਫਿਰ ਇਸ ਪ੍ਰਕਾਰ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਬਾਬਾ ਬੁੱਢਾ ਸਾਹਿਬ ਸਾਰੀ ਆਪਣਾ ਜਿੰਨੀ ਜ਼ਿੰਦਗੀ ਉਹ ਸੇਵਾ ਵਿੱਚ ਲਾਉਂਦੇ ਰਹੇ। ਇੱਕ ਵੀ ਕਦੇ ਬਚਨਾਂ ਤੋਂ ਇਨਕਾਰੀ ਨਹੀਂ ਹੋਏ। ਗੁਰੂ ਨਾਨਕ ਦਾ ਰੂਪ ਜਾਣ ਕੇ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਵਿੱਚ ਰਹੇ। ਬੇਅੰਤ ਚੋਜ ਕੀਤੇ ਦੂਸਰੇ ਪਾਤਸ਼ਾਹ ਸਤਿਗੁਰੂ ਜੀ ਨੇ। ਉਹਨਾਂ ਨੇ ਵੀ ਜਿਹੜਾ ਮਾਣ ਸਤਿਕਾਰ ਜਦੋਂ ਦੇਣਾ ਤੇ ਕੋਈ ਸਲਾਹ ਕਰਨੀ, ਕੋਈ ਮਸ਼ਵਰਾ ਕਰਨਾ, ਕਿਸੇ ਕਾਰਜ ਦੀ ਆਰੰਭਤਾ ਕਰਨੀ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਅੱਗੇ ਰੱਖਿਆ ਕਰਦੇ। ਬਾਬਾ ਜੀ ਸਾਨੂੰ ਤੁਹਾਡੇ ਵਿੱਚੋਂ ਗੁਰੂ ਨਾਨਕ ਦੇ ਦੀਦਾਰ ਹੋ ਰਹੇ ਨੇ। ਤੁਸੀਂ ਸਿੱਖੀ ਕਮਾਈ ਗੁਰੂ ਨਾਨਕ ਸਾਹਿਬ ਦੀ, ਸਤਿਗੁਰੂ ਪਾਤਸ਼ਾਹ ਦੀਆਂ ਹੱਥਾਂ ਨਾਲ ਸੇਵਾਵਾਂ ਕੀਤੀਆਂ। ਤੁਹਾਨੂੰ ਅਸੀਂ ਅੱਖਾਂ ਤੋਂ ਪਰੇ ਕਿਵੇਂ ਕਰ ਸਕਦੇ ਹਾਂ। ਬੜਾ ਮਾਣ ਮਿਲਿਆ, ਬੜਾ ਸਤਿਕਾਰ ਮਿਲਿਆ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਉਹਨਾਂ ਨੇ ਜਿਸ ਵੇਲੇ ਆਪਣੀ ਜੀਵਨ ਯਾਤਰਾ ਸੰਪੂਰਨ ਹੋਣ ਦਾ ਸਮਾਂ ਨੇੜੇ ਜਾਣਿਆ, ਉਹਨਾਂ ਨੇ ਵੀ ਫਿਰ ਕਸਵੱਟੀਆਂ ਲਾਈਆਂ, ਪਰਖਾਂ ਹੋਈਆਂ। ਤੇ ਉਸ ਪਰਖਾਂ ਦੇ ਵਿੱਚ ਜਦੋਂ ਸੇਵਾ ਦੇ ਵਿੱਚ ਪੂਰੇ ਉਤਰੇ ਬਾਬਾ ਅਮਰਦਾਸ ਜੀ, ਜਿਨ੍ਹਾਂ ਨੇ 12 ਸਾਲ ਗਾਗਰ ਸੀਸ ਦੇ ਉੱਤੇ ਢੋ ਕਰਕੇ ਕਦੇ ਨਿਯਮ ਦੇ ਵਿੱਚ ਫਰਕ ਨਹੀਂ ਪੈਣ ਦਿੱਤਾ। ਇਸ਼ਨਾਨ ਕਰਵਾਉਣੇ ਸਤਿਗੁਰੂ ਪਾਤਸ਼ਾਹ ਦੇ, ਲੰਗਰਾਂ ਵਿੱਚ ਹੱਥਾਂ ਨਾਲ ਤਨ ਮਨ ਧਨ ਕਰਕੇ ਸੇਵਾਵਾਂ ਕਰਨੀਆਂ।
ਉਹ ਫਿਰ ਜਿਹੜੀ ਮਨ ਕਰਕੇ ਪ੍ਰਸੰਨਤਾ ਬਾਬਾ ਅਮਰਦਾਸ ਜੀ ਲੈ ਗਏ। ਉਥੇ ਵੀ ਸਾਧ ਸੰਗਤ ਇਸੇ ਪ੍ਰਕਾਰ ਹੀ ਜਦੋਂ ਗੁਰਤਾ ਗੱਦੀ ਦੇਣ ਦਾ ਸਮਾਂ ਨੇੜੇ ਆਇਆ ਤਾਂ ਸੰਗਤਾਂ ਦੇ ਵਿੱਚੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅੰਗਦ ਦੇਵ ਸਾਹਿਬ ਨੇ ਬਚਨ ਕਿਹਾ ਕਿ ਬਾਬਾ ਜੀ, ਇਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਡਾ ਰੂਪ ਹੋ ਚੁੱਕੇ ਨੇ, ਗੁਰੂ ਨਾਨਕ ਦਾ ਸਰੂਪ ਬਣ ਚੁੱਕੇ ਹਨ। ਇਹਨਾਂ ਨੂੰ ਜਿਹੜੀ ਗੁਰਤਾ ਗੱਦੀ ਦੇਣ ਦੀ ਰਸਮ ਤੁਸਾਂ ਨੇ ਪੂਰੀ ਕਰਨੀ ਹੈ। ਤਖਤ ਦੇ ਉੱਤੇ ਬਿਠਾ ਕਰਕੇ 5 ਪੈਸੇ ਰੱਖ ਕੇ ਥਾਲ ਵਿੱਚ ਨਾਰੀਅਲ ਰੱਖ ਕਰਕੇ ਜਿਸ ਵੇਲੇ ਚਰਨਾਂ ਕਵਲਾਂ ਤੇ ਮੱਥਾ ਟੇਕਿਆ ਹੈ ਗੁਰੂ ਅੰਗਦ ਸਾਹਿਬ ਜੀ ਨੇ, ਨਾਲ ਹੀ ਕਹਿ ਦਿੱਤਾ ਉਹ ਰਸਮ ਵੀ ਪੂਰੀ ਕੀਤੀ ਜਾਵੇ ਜਿਹੜੀ ਰਸਮ ਕਦੇ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਦੀ ਧਰਤੀ ਤੇ ਆਪ ਜੀ ਤੋਂ ਕਰਵਾਈ ਸੀ। ਭਾਵ ਕਿ ਜਿਹੜਾ ਤਿਲਕ ਦੇਣ ਦੀ ਰਸਮ ਹੈ ਗੁਰਤਾ ਗੱਦੀ ਦੀ, ਇਹ ਬਾਬਾ ਜੀ ਤੁਹਾਡੇ ਕਰ ਕਮਲਾਂ ਨਾਲ ਹੀ ਦਿੱਤੀ ਜਾਵੇਗੀ। ਆਪ ਵੀ ਸਤਿਗੁਰੂ ਪਾਤਸ਼ਾਹ ਸਭ ਕੁਝ ਕਰ ਸਕਦੇ ਨੇ, ਸਮਰੱਥ ਨੇ, ਪਰੰਤੂ ਬ੍ਰਹਮ ਗਿਆਨੀ ਦਾ ਮਾਣ ਸਤਿਕਾਰ ਰੱਖਣ ਵਾਸਤੇ, ਦੁਨੀਆ ਵਿੱਚ ਮਰਜ਼ਾਦਾ ਜਿਹੜੀ ਕਾਇਮ ਕਰਨ ਵਾਸਤੇ ਇਹ ਮਾਣ ਦੇ ਰਹੇ ਨੇ। ਉਥੇ ਗੁਰਤਾ ਗੱਦੀ ਦਾ ਜਿਹੜਾ ਤਿਲਕ ਹੈ ਬਾਬਾ ਬੁੱਢਾ ਸਾਹਿਬ ਦੇ ਕਰ ਕਮਲਾਂ ਦੇ ਨਾਲ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਮਸਤਕ ਦੇ ਉੱਤੇ ਦਿੱਤਾ ਗਿਆ। ਸੰਗਤਾਂ ਝੁਕੀਆਂ ਨੇ। ਉਸ ਵੇਲੇ ਦਾਤੂ ਤੇ ਦਾਸੂ ਜੀ ਇਹਨਾਂ ਦੇ ਵੀ ਮਨਾਂ ਵਿੱਚ ਉਹੀ ਖਿਆਲ ਬਣੇ ਜਿਹੜੇ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਜੀ ਦੇ ਮਨ ਵਿੱਚ ਬਣੇ ਸਨ। ਫਿਰ ਇਥੋਂ ਹੁਕਮ ਕਰ ਦਿੱਤਾ ਕਿ ਸਾਨੂੰ ਵੱਡੇ ਸਤਿਗੁਰਾਂ ਨੇ ਆਗਿਆ ਕੀਤੀ ਸੀ ਕਰਤਾਰਪੁਰ ਨਹੀਂ ਰਹਿਣਾ, ਖਡੂਰ ਦੀ ਧਰਤੀ ਤੇ ਚਲੇ ਜਾਓ। ਅਸੀਂ ਵਚਨ ਮੰਨ ਕੇ ਇੱਥੇ ਖਡੂਰ ਸਾਹਿਬ ਆ ਗਏ ਤੇ ਸਾਡਾ ਅੱਜ ਹੁਕਮ ਹੈ ਤੁਹਾਡੇ ਪਰਥਾਏ ਤੁਸੀਂ ਖਡੂਰ ਸਾਹਿਬ ਨਿਵਾਸ ਨਹੀਂ ਰੱਖਣਾ। ਜਾਓ ਇਥੋਂ ਜਾ ਕਰਕੇ ਜਿਹੜਾ ਗੋਂਦਾ ਖੱਤਰੀ ਹੈ ਤੇ ਉਹਦੇ ਨਾਮ ਦੇ ਉੱਤੇ ਨਗਰ ਬਸਾਓ, ਭਾਵ ਗੋਇੰਦਵਾਲ ਦੀ ਧਰਤੀ ਤੇ ਚਲੇ ਜਾਓ। ਉੱਥੇ ਗਏ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਨਗਰ ਬਸਾਇਆ ਹੈ ਤੇ ਫਿਰ ਉੱਥੇ ਨਿਵਾਸ ਕਰਨਾ ਕੀਤਾ। ਉੱਥੇ ਜਦੋਂ ਨਿਵਾਸ ਹੋਇਆ, ਬੌਲੀ ਸਾਹਿਬ ਦੀ ਆਰੰਭਤਾ ਕਰਨੀ ਹੈ ਸਤਿਗੁਰੂ ਪਾਤਸ਼ਾਹ ਨੇ। 84 ਜਿਸ ਦੀਆਂ ਸੋਪਾਨ ਪੌੜੀਆਂ ਰਖਾਈਆਂ ਗਈਆਂ। ਗੁਰੂ ਸਾਹਿਬ ਦੇ ਕਾਰਜ ਦੇ ਅੰਦਰ ਬਹੁਤ ਰਾਜ ਛੁਪਿਆ ਹੁੰਦਾ। 84 ਪੌੜੀਆਂ ਦੇ ਉੱਤੇ ਜਿਹੜੇ ਗੁਰੂ ਦੇ ਪਿਆਰੇ ਭਾਵਨਾ ਵਿੱਚ ਭਿੱਜ ਕਰਕੇ ਇੱਕ ਇੱਕ ਪਾਠ ਜਪਜੀ ਸਾਹਿਬ ਦਾ ਕਰਦੇ ਨੇ। ਅੱਜ ਵੀ ਸਤਿਗੁਰੂ ਪਾਤਸ਼ਾਹ ਉਹਨਾਂ ਦੀ 84 ਦੇ ਗੇੜੇ ਕੱਟਦੇ ਨੇ। ਮਰਜ਼ਾਦਾ ਵਿੱਚ ਆ ਕੇ ਕੇਸੀ ਇਸ਼ਨਾਨ ਕਰਕੇ ਇੱਕ ਪੌੜੀ ਤੇ ਇੱਕ ਪਾਠ, ਫਿਰ ਕੇਸੀ ਇਸ਼ਨਾਨ ਬੌਲੀ ਵਿੱਚ ਇਸ਼ਨਾਨ ਕਰਕੇ ਦੂਸਰੀ ਪੌੜੀ ਤੇ ਪਾਠ ਕਰਦੇ। ਇਸ ਤਰ੍ਹਾਂ ਕਰਕੇ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਲੈਂਦੇ ਨੇ। ਉਸ ਬੌਲੀ ਸਾਹਿਬ ਦੀ ਜਿਸ ਵੇਲੇ ਸੇਵਾ ਆਰੰਭ ਕਰਵਾਉਣੀ ਸੀ ਤਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਅਰਦਾਸ ਬੇਨਤੀ ਕਰਨ ਵਾਸਤੇ ਸੰਗਤਾਂ ਨਾਲ ਵਿਚਾਰਾਂ ਕੀਤੀਆਂ ਨੇ ਵੀ ਅਰਦਾਸ ਬੇਨਤੀ ਕਰਾਂਗੇ, ਅਕਾਲ ਪੁਰਖ ਵਾਹਿਗੁਰੂ ਆਪਣਾ ਕਾਰਜ ਆਪ ਸਵਾਰੇਗਾ। ਗੁਰੂ ਨਾਨਕ ਸਾਹਿਬ ਕਾਰਜ ਦੇ ਵਿੱਚ ਵਰਤਣਗੇ ਤਾਂ ਸਾਧ ਸੰਗਤ ਜੀ ਉਸ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਗਈ। ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋ ਕਰਕੇ ਆਈ ਹੈ, ਅਰਦਾਸ ਬੇਨਤੀ ਕਰਨ ਵਾਸਤੇ ਸੰਗਤ ਇਕੱਤਰ ਹੋ ਗਈ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ, ਬਾਬਾ ਜੀ ਇਹ ਅਰਦਾਸ ਬੇਨਤੀ ਤੁਹਾਡੀ ਰਸਨਾ ਤੋਂ ਹੋਵੇਗੀ। ਕਿੱਡਾ ਵੱਡਾ ਮਾਣ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗਲ ਦੇ ਵਿੱਚ ਪੱਲਾ ਪਾ ਕਰਕੇ ਫਿਰ ਉੱਥੇ ਅਰਦਾਸ ਬੇਨਤੀ ਆਪਣੀ ਪਾਵਨ ਰਸਨਾ ਤੋਂ ਕੀਤੀ। ਐਸੇ ਮਹਾਂਪੁਰਖਾਂ ਦੇ ਬਾਰੇ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਗੁਰੂ ਦੇ ਪਿਆਰੇ ਅੰਦਰੋਂ ਭਿੱਜੇ ਹੋਏ ਨਾਮ ਵਿੱਚ ਰੰਗੀਆਂ ਰੂਹਾਂ ਬ੍ਰਹਮ ਗਿਆਨ ਦੇ ਵਿੱਚ ਟਿਕੀਆਂ ਹੋਈਆਂ ਜਦੋਂ ਕਿਤੇ ਅਰਦਾਸਾਂ ਕਰਦੀਆਂ ਆਪਣੀ ਰਸਨਾ ਤੋਂ, ਤਾਂ ਕਿਵੇਂ ਨਾ ਪਰਮਾਤਮਾ ਉਹ ਕਾਰਜ ਵਿੱਚ ਆ ਕੇ ਆਪ ਵਰਤ ਨਾ ਕਰੇ।
ਇਸ ਲਈ ਉਹ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਤੀਸਰੇ ਪਾਤਸ਼ਾਹ ਸਤਿਗੁਰੂ ਪਾਤਸ਼ਾਹ ਨੇ ਜਿਹੜੀ ਬੌੜੀ ਸਾਹਿਬ ਦੀ ਰਚਨਾ ਕਰਵਾਈ ਹੈ ਤਾਂ ਉਹਦੀ ਅਰਦਾਸ ਵੀ ਬਾਬਾ ਬੁੱਢਾ ਸਾਹਿਬ ਜੀ ਤੋਂ ਕਰਵਾਈ ਗਈ। ਇੱਥੇ ਆ ਕਰਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਚੌਥੇ ਪਾਤਸ਼ਾਹ ਸੇਵਾ ਵਿੱਚ ਜਦੋਂ ਹਾਜ਼ਰ ਹੋਏ, ਉਹਨਾਂ ਨੂੰ ਬਖਸ਼ਿਸ਼ਾਂ ਮਿਲੀਆਂ ਤਾਂ ਸਾਧ ਸੰਗਤ ਜੀ ਉਸ ਵੇਲੇ ਜਿਹੜਾ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਨੂੰ ਵਸਾਉਣਾ, ਨਗਰ ਨੂੰ ਹਰਿਮੰਦਰ ਸਾਹਿਬ ਦੀ ਰਚਨਾ ਹੋਣੀ, ਰਾਮਦਾਸ ਸਰੋਵਰ ਦੀ ਆਰੰਭਤਾ ਹੋਣੀ, ਇਹ ਸਾਰਾ ਜਿਹੜਾ ਕਾਰਜ ਸੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਡਿਊਟੀਆਂ ਲਾ ਦਿੱਤੀਆਂ ਸੀ ਕਿ ਜਾਓ। ਗੁਰੂ ਰਾਮਦਾਸ ਸਾਹਿਬ ਜੀ ਨੂੰ ਕਿਹਾ ਸੀ ਨਗਰ ਵਸਾਓ, ਤਾਂ ਉੱਥੇ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲਿਆ ਗਿਆ। ਆਪ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨਾਲ ਗਏ ਨੇ ਚੌਥੇ ਪਾਤਸ਼ਾਹ ਦੀ ਬੇਨਤੀ ਸਰਵਣ ਕਰਕੇ ਕਿ ਮਹਾਰਾਜ ਆਪ ਜਾ ਕਰਕੇ ਮੋੜੀ ਗੱਡਣੀ ਕਰੋ। ਜਦੋਂ ਨਗਰ ਨੂੰ ਉਹ ਚੋਣ ਕੀਤੀ ਗਈ, ਗੁਰੂ ਕਾ ਚੱਕ ਅੰਮ੍ਰਿਤਸਰ ਵਸਾਣਾ ਸੀ, ਤਾਂ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਕਿ ਆਹ ਧਰਤੀ ਤੇ ਨਗਰ ਵਸੇਗਾ। ਉੱਥੇ ਵੀ ਜਦੋਂ ਮੋੜੀ ਗੱਡਣ ਦੀ ਗੱਲ ਚੱਲੀ ਤਾਂ ਉਸ ਵੇਲੇ ਜਿਹੜੀ ਕਹੀ ਹੈ ਟੱਕ ਲਾਉਣ ਵਾਲੀ ਬਾਬਾ ਬੁੱਢਾ ਸਾਹਿਬ ਦੇ ਕਰ ਕਮਲਾਂ ਵਿੱਚ ਦਿੱਤੀ ਗਈ। ਫੇਰ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਦੇ ਐਸੇ ਜਿਹੜੇ ਸਰੋਵਰ ਦੀ ਆਰੰਭਤਾ ਹੋਣ ਲੱਗੀ ਤੇ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਤਿਆਰ ਕਰਕੇ ਉੱਥੇ ਵੀ ਅਰਦਾਸਾ ਬਾਬਾ ਬੁੱਢਾ ਸਾਹਿਬ ਜੀ ਨੇ ਗਲ ਵਿੱਚ ਪੱਲਾ ਪਾ ਕਰਕੇ ਕੀਤਾ। ਇਹ ਕਥਾ ਆਪ ਜੀ ਅੱਜ ਸਰਵਣ ਕਰ ਰਹੇ ਸੀ ਇਤਿਹਾਸ ਦੀ ਕਿ ਕਿਵੇਂ ਕਿਵੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਮਾਣ ਮਿਲਦਾ ਰਿਹਾ। ਸੋ ਇਸ ਲਈ ਉਹ ਐਸੇ ਜਿਹੜੇ ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ ਬ੍ਰਹਮ ਗਿਆਨ ਵਿੱਚ ਟਿਕੇ ਹੋਏ ਬਾਬਾ ਬੁੱਢਾ ਸਾਹਿਬ ਜੀ ਹਨ। ਉਹਨਾਂ ਦੀ ਕਰਨੀ ਨੂੰ ਸਦਾ ਹੀ ਸਾਡਾ ਸਿਰ ਝੁਕਦਾ ਹੈ। ਬਾਬਾ ਜੀ ਨੇ ਕਿਵੇਂ ਕਿਵੇਂ ਹੋਰ ਮਹਾਨ ਸੇਵਾਵਾਂ ਕੀਤੀਆਂ, ਉਹ ਆਪਾਂ ਸਾਧ ਸੰਗਤ ਜੀ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਪੰਜਵੇਂ ਪਾਤਸ਼ਾਹ ਦੇ ਸਮੇਂ, ਛੇਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਕਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਸਖਿਆਤ ਹੁੰਦੇ ਰਹੇ, ਕਿਵੇਂ ਕਿਵੇਂ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਸੰਗਤਾਂ ਦੇ ਸਨਮੁਖ ਹੋ ਕਰਕੇ ਪਰਉਪਕਾਰ ਦੇ ਕਾਰਜ ਕੀਤੇ ਹਨ। ਕਿਉਂਕਿ ਅੱਜ ਦਾ ਜੋ ਸਮਾਂ ਉਹ ਸੰਪੂਰਨ ਹੈ, ਸਮੇਂ ਦੇ ਅੰਦਰ ਰਹਿਣਾ ਹੀ ਯੋਗ ਹੁੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖਣ, ਸਮੁੱਚੀਆਂ ਸੰਗਤਾਂ ਨੂੰ ਆਪਣੇ ਚਰਨਾਂ ਕਬਲਾਂ ਦੇ ਨਾਲ ਜੋੜੀ ਰੱਖਣ ਤੇ ਅਰਦਾਸ ਬੇਨਤੀ ਕਰੀਏ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਕਿ ਸਤਿਗੁਰੂ ਪਾਤਸ਼ਾਹ ਅੱਜ ਸਾਡੇ ਜਿਹੜੇ ਬੱਚੇ ਸਿੱਖੀ ਤੋਂ ਪਤਿਤ ਹੋ ਰਹੇ ਨੇ, ਨਸ਼ਿਆਂ ਦੇ ਵਿੱਚ ਗਲਤਾਨ ਹੁੰਦੇ ਜਾ ਰਹੇ ਨੇ, ਕਿਰਪਾ ਕਰੋ ਇਹਨਾਂ ਸਾਡੇ ਬੱਚਿਆਂ ਨੂੰ ਸਮਤ ਬਖਸ਼ੋ। ਜਦੋਂ ਅਰਦਾਸ ਕਰਾਂਗੇ, ਅਰਦਾਸ ਵਿੱਚ ਬੜੀ ਤਾਕਤ ਹੁੰਦੀ ਹੈ। ਤੁਰੇ ਜਾਂਦੇ ਅਟਕ ਵਰਗੇ ਦਰਿਆ ਰੁਕ ਸਕਦੇ ਅਰਦਾਸ ਦੇ ਨਾਲ, ਤੇ ਬੱਚੇ ਜਿਹੜੇ ਨੇ ਨਸ਼ਿਆਂ ਵੱਲ ਨੂੰ ਰੁੜ ਜਾਂਦੇ ਨੇ ਤੇ ਕਿਵੇਂ ਨਹੀਂ ਇਹਨਾਂ ਦੇ ਜੀਵਨ ਰੁਕ ਸਕਦੇ। ਗੁਰੂ ਦੇ ਅੱਗੇ ਕੀਤੀ ਅਰਦਾਸ ਗੁਰਸਿੱਖ ਦੀ ਕਦੇ ਵਿਰਥੀ ਨਹੀਂ ਜਾਇਆ ਕਰਦੀ। ਇਸ ਲਈ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਪਾਂ ਸਾਰੇ ਬੇਨਤੀ ਕਰੀਏ, ਮਹਾਰਾਜ ਸਾਨੂੰ ਪਿਆਰੀ ਸਿੱਖੀ ਦੇ ਦਿਓ। ਜਿਹਦੇ ਕੋਲ ਸਿੱਖੀ ਆ ਗਈ ਤੇ ਮਗਰ ਕੁਝ ਨਹੀਂ ਰਹਿ ਗਿਆ। ਸਾਨੂੰ ਨਾਮ ਦੀ ਦਾਤ ਦੇ ਦਿਓ। ਜਿਹਦੇ ਘਰ ਵਿੱਚ ਨਾਮ ਆ ਗਿਆ, ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ। ਪਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ ਸਭ ਕੁਝ ਹੀ ਆ ਜਾਂਦਾ ਹੈ। ਬੜੀਆਂ ਖੁਸ਼ੀਆਂ ਹੁੰਦੀਆਂ ਮਨ ਵਿੱਚ ਕਿ ਇਹਨਾਂ ਪਾਵਨ ਪਵਿੱਤਰ ਸਥਾਨਾਂ ਤੇ ਆਪ ਸੰਗਤਾਂ ਰਲ ਮਿਲ ਕਰਕੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋ। ਮੇਰੇ ਬਹੁਤ ਸਤਿਕਾਰਯੋਗ ਵੱਡੇ ਵੀਰ ਗਿਆਨੀ ਦਲਜੀਤ ਸਿੰਘ ਜੀ ਜੋ ਮੁੱਖ ਪ੍ਰਬੰਧਕ ਵੀ ਨੇ, ਤੇ ਬਹੁਤ ਵੱਡੀ ਬਖਸ਼ਿਸ਼ ਉਹਨਾਂ ਦੇ ਉੱਪਰ ਆਪ ਸਿਮਰਨ ਕਰਦੇ ਤੇ ਦੂਸਰਿਆਂ ਨੂੰ ਪ੍ਰੇਰਨਾ ਕਰਕੇ ਜੋੜਦੇ ਨੇ।
ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਿਮਰਨ ਹੀ ਪਰਮਾਤਮਾ ਦਾ ਸਭ ਤੋਂ ਮਹਾਨ ਹੈ। ਇਸ ਲਈ ਕੀਰਤਨ ਵੀ ਆਪ ਕਰਦੇ, ਸੰਗਤਾਂ ਨੂੰ ਪ੍ਰੇਰਦੇ ਨੇ। ਬੱਚਿਆਂ ਵਾਸਤੇ ਗੁਰਬਾਣੀ ਦੀਆਂ ਕਲਾਸਾਂ ਚੱਲਦੀਆਂ ਇਹਨਾਂ ਸਥਾਨਾਂ ਤੇ। ਬਹੁਤ ਹੀ ਸ਼ਲਾਘਾਯੋਗ ਕਾਰਜ ਨੇ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਮਿਲ ਕਰਕੇ ਸਾਰੀਆਂ ਸੰਗਤਾਂ ਨੇ ਆਰੰਭੇ ਹਨ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਅਸਥਾਨਾਂ ਦੀਆਂ ਚੜ੍ਹਦੀਆਂ ਕਲਾ ਕਰਨ, ਪ੍ਰਬੰਧਕ ਵੀਰਾਂ ਨੂੰ ਹੋਰ ਮਹਾਨ ਚੜ੍ਹਦੀ ਕਲਾ ਨਾਲੇ ਕਾਰਜ ਕਰਨ ਦਾ ਬਲ ਬਖਸ਼ਿਸ਼ ਕਰਨ। ਸੰਗਤਾਂ ਵਿੱਚ ਇਤਫਾਕ, ਪ੍ਰੇਮ, ਪਿਆਰ, ਭਾਵਨਾ ਬਖਸ਼ਿਸ਼ ਕਰਨ। ਮੇਰੇ ਬਹੁਤ ਸਤਿਕਾਰਯੋਗ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਮਹਾਂਪੁਰਖ, ਉਹ ਵੀ ਸੰਗਤਾਂ ਦੇ ਵਿੱਚ ਸੁਭਾਏਮਾਨ ਦਰਸ਼ਨ ਹੋ ਰਹੇ ਨੇ। ਅਨੇਕਾਂ ਰੂਹਾਂ ਸਿਮਰਨ ਕਰਨ ਵਾਸਤੇ ਇੱਥੇ ਜੁੜੀਆਂ ਹਨ। ਆਓ ਸਾਧ ਸੰਗਤ ਜੀ, ਜਿੰਨਾ ਸਮਾਂ ਸੀ ਉਹ ਸੰਪੂਰਨ ਹੈ। ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖਿਮਾ ਬਖਸ਼ਣੀ। ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।